18 ਨੰਬਰ ਪੌੜੀ ਦੇ ਨਾਲ ਆਏ ਤਿੰਨ ਸ਼ਲੋਕਾਂ ਦੇ ਵਿੱਚੋਂ ਦੋ ਸ਼ਲੋਕਾਂ ਦੇ ਵਿਚਾਰ ਅਸੀਂ ਕੱਲ ਤੱਕ ਕਰ ਚੁੱਕੇ ਹਾਂ। ਤੀਜੇ ਸ਼ਲੋਕ ਦੇ ਵਿੱਚ ਪਾਤਸ਼ਾਹ ਜੀ ਨੇ ਫਰਮਾਇਆ ਹੈ, ਸਭੋ ਸੂਤਕ ਭਰਮ ਹੈ ਦੂਜਾ ਲੱਗੈ ਜਾਏ, ਜੰਮਨ ਮਰਨਾ ਹੁਕਮ ਹੈ ਭਾਣੈ ਆਵੈ ਜਾਏ। ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਵਿਪਰਵਾਦ ਦੇ ਖਾਰੇ ਸਮੁੰਦਰ ਦੇ ਵਿੱਚ ਸਾਨੂੰ ਬਾਹਰ ਕੱਢਿਆ ਕਿ ਇਹਦੇ ਵਿੱਚ ਬਾਹਰ ਨਿਕਲੋ, ਤੁਹਾਨੂੰ ਲੁੱਟ ਰਿਹਾ ਹੈ, ਤੁਹਾਨੂੰ ਵਹਿਮਾਂ ਭਰਮਾਂ ਦੇ ਵਿੱਚ ਪਾ ਕੇ, ਕਰਮ ਕਾਂਡਾਂ ਦੇ ਵਿੱਚ ਪਾ ਕੇ ਤੁਹਾਨੂੰ ਬੜੇ ਲੰਮੇ ਸਮੇਂ ਤੋਂ ਲੁੱਟਦਾ ਆ ਰਿਹਾ। ਗੁਰਬਾਣੀ ਪੜ੍ਹੋ ਤੇ ਸੁਚੇਤ ਹੋਵੋ ਤੇ ਇਸ ਖਾਰੇ ਸਮੁੰਦਰ ਦੇ ਵਿੱਚੋਂ ਬਾਹਰ ਨਿਕਲੋ। ਹੁਣ ਜਦੋਂ ਅਸੀਂ ਬਾਬਾ ਕਬੀਰ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਦੇ ਹਾਂ ਤਾਂ ਬਾਬਾ ਕਬੀਰ ਸਾਹਿਬ ਜੀ ਵਰਗੇ ਯੋਧਿਆਂ ਨੇ ਵਿਪਰ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਵਿਪਰ ਨੂੰ ਸਵਾਲ ਕੀਤੇ। ਵਿਪਰ ਕਹਿੰਦਾ ਸੀ ਕਿ ਜਨਮ ਵੇਲੇ ਮਰਨ ਵੇਲੇ ਘਰ ਦੇ ਵਿੱਚ ਅਪਵਿੱਤਰਤਾ ਆ ਜਾਂਦੀ ਹੈ, ਘਰ ਪਵਿੱਤਰ ਹੋ ਜਾਂਦਾ ਹੈ। ਬਾਬਾ ਕਬੀਰ ਸਾਹਿਬ ਜੀ ਵਰਗੇ ਯੋਧਿਆਂ ਨੇ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਸਵਾਲ ਕੀਤੇ ਤੇ ਆਖਿਆ, ਕਹੋ ਰੇ ਪੰਡਤ ਸੋਚਾ ਕਵਣ ਠਾਉ, ਜਹਾਂ ਬੈ ਸੋ ਭੋਜਨ ਖਾਉ। ਬਾਬਾ ਕਬੀਰ ਸਾਹਿਬ ਜੀ ਨੇ ਆਖਿਆ, ਇਹ ਪੰਡਤ ਮੈਨੂੰ ਦੱਸਣਾ ਕਰ ਕਿ ਕਿਹੜੀ ਥਾਂ ਸੁੱਚੀ ਹੈ ਸੰਸਾਰ ਦੇ ਵਿੱਚ ਜਿੱਥੇ ਬੈਠ ਕੇ ਭੋਜਨ ਛਕਿਆ ਜਾਵੇ। ਤੂੰ ਕਹਿਣਾ ਹੈ ਕਿ ਜਨਮ ਵੇਲੇ ਮਰਨ ਵੇਲੇ ਘਰ ਦੇ ਵਿੱਚ ਅਪਵਿੱਤਰਤਾ ਆ ਜਾਂਦੀ ਹੈ, ਸੁੱਚੀ ਥਾਂ ਕਿਹੜੀ ਹੈ ਸੰਸਾਰ ਦੇ ਵਿੱਚ। ਬਾਬਾ ਕਬੀਰ ਸਾਹਿਬ ਜੀ ਨੇ ਉੱਥੇ ਪਾਵਨ ਬਚਨ ਵਿਪਰ ਨੂੰ ਆਖੇ, ਅੱਖਾਂ ਦੇ ਵਿੱਚ ਅੱਖਾਂ ਪਾ ਕੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਮਾਤਾ ਝੂਠੀ ਪਿਤਾ ਵੀ ਝੂਠਾ, ਝੂਠੇ ਹੀ ਫਲ ਲਾਗੇ। ਕਹਿੰਦੇ ਮਾਤਾ ਵੀ ਝੂਠੀ ਹੈ, ਪਿਤਾ ਵੀ ਝੂਠਾ, ਤੇ ਤੁਸੀਂ ਉਸ ਦੇ ਜੰਮੇ ਹੋਏ ਜਿਹੜੇ ਫਲ ਲੱਗਾ ਹੈ, ਜਿਹੜਾ ਬੱਚਾ ਪੈਦਾ ਉਹ ਵੀ ਝੂਠਾ। ਮਾਤਾ ਝੂਠੀ ਪਿਤਾ ਵੀ ਝੂਠਾ, ਝੂਠੇ ਹੀ ਫਲ ਲਾਗੇ। ਆਵੇਂ ਝੂਠੇ ਜਾਹੇ ਹੀ ਝੂਠੇ, ਝੂਠੇ ਮਰੇ ਅਭਾਗੇ। ਕਹਿੰਦੇ ਆਉਂਦੇ ਵੀ ਝੂਠੇ ਨੇ, ਝੂਠੇ ਹੀ ਚਲੇ ਜਾਂਦੇ ਨੇ। ਬਦਕਿਸਮਤ ਲੋਕ ਕਦੀ ਪਵਿੱਤਰ ਹੀ ਨਹੀਂ ਹੁੰਦੇ, ਜਿਵੇਂ ਆਉਂਦੇ ਨੇ ਝੂਠੇ ਉਵੇਂ ਸੰਸਾਰ ਦੇ ਵਿੱਚੋਂ ਚਲੇ ਜਾਂਦੇ ਨੇ। ਕਹੋ ਰੇ ਪੰਡਤ ਸੋਚਾ ਕਵਣ ਠਾਉ, ਜਹਾਂ ਬੈਸ ਭੋਜਨ ਖਾਉ ਰਹਾਉ। ਜਿਹਬਾ ਝੂਠੀ ਬੋਲਤ ਝੂਠਾ, ਕਰਨ ਨੇਤਰ ਸਭ ਝੂਠੇ। ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਜਿਹਬਾ ਝੂਠੀ ਬੋਲਤ ਝੂਠਾ, ਜ਼ੁਬਾਨ ਝੂਠੀ ਹੈ, ਜ਼ੁਬਾਨ ਅਪਵਿੱਤਰ ਹੈ। ਕਿਉਂ? ਕਿਉਂਕਿ ਝੂਠ ਬੋਲਦੀ ਹੈ। ਪਿੱਛੇ ਆ ਗਿਆ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਾਵਨ ਬਚਨ ਸੇ ਵਿਚਾਰ ਕੇ ਆਏ ਹਾਂ, ਮਨ ਕਾ ਸੂਤਕ ਲੋਭ ਹੈ ਜਿਹਵਾ ਸੂਤਕ ਕੂੜ। ਜੇਕਰ ਜ਼ੁਬਾਨ ਝੂਠ ਬੋਲਦੀ ਹੈ, ਅਪਵਿੱਤਰਤਾ ਇਸ ਜੀਵ ਤੇ ਆ ਗਈ। ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਜਿਹਬਾ ਝੂਠੀ ਬੋਲਤ ਝੂਠਾ, ਕਰਨ ਨੇਤਰ ਸਭ ਝੂਠੇ। ਹੁਣ ਕਈ ਮਨੁੱਖ ਤੁਸੀਂ ਆਪਣੇ ਆਲੇ ਦੁਆਲੇ ਇਹੋ ਜਿਹੇ ਵੇਖੇ ਹੋਣਗੇ ਜਿਹੜੇ ਕਹਿੰਦੇ ਨੇ ਕਿ ਅਸੀਂ ਤਾਂ ਸੁੱਚੇ ਮੂੰਹ ਪਾੜ ਕਰਦੇ ਹਾਂ। ਕਿ ਮੂੰਹ ਦੇ ਸੁੱਚੇ ਹੋਣ ਦੀ ਪਰਿਭਾਸ਼ਾ ਇਹ ਹੈ ਕਿ ਜਿਹੜਾ ਮਨੁੱਖ ਸਵੇਰ ਨੂੰ ਕੁਝ ਖਾਵੇ ਪੀਵੇ ਨਾ, ਇਹੋ ਜਿਹੇ ਅਨੇਕਾਂ ਮਿਲ ਜਾਂਦੇ ਨੇ। ਵੈਸੇ ਜਿਹੜੇ ਕਹਿੰਦੇ ਸੱਚੇ ਮੂੰਹ ਪਾੜ ਕਰਦੇ ਆ, ਉਹਨਾਂ ਦਾ ਮਤਲਬ ਇਹ ਹੁੰਦਾ ਹੈ ਕਿ ਅਸੀਂ ਜੂੰ ਉੱਠੇ ਹਾਂ ਸਵੇਰ ਦੇ, ਮੂੰਹ ਦੇ ਵਿੱਚ ਪਾਣੀ ਦਾ ਘੁੱਟ ਵੀ ਨਹੀਂ ਪਾਇਆ ਅਜੇ ਤੱਕ, ਅਸੀਂ ਕੁਝ ਖਾਧਾ ਪੀਤਾ ਨਹੀਂ ਹੈ ਤੇ ਅਸੀਂ ਪਾਠ ਕਰਦੇ ਹਾਂ। ਸੁੱਚੇ ਮੂੰਹ ਦੀ ਪਰਿਭਾਸ਼ਾ ਇਹ ਨਹੀਂ ਹੈ। ਉਵੇਂ ਭਾਵੇਂ ਝੂਠ ਬੋਲੀ ਜਾਣ। ਹੁਣ ਅਨੇਕਾਂ ਘਰਾਂ ਦੇ ਵਿੱਚ, ਕਈ ਪਰਿਵਾਰਾਂ ਦੇ ਵਿੱਚ ਤੁਸੀਂ ਵੇਖਿਆ ਹੋਣਾ ਹੈ ਕਿ ਜਾਂ ਮਾਂ ਇੱਥੇ ਹੈ ਤੇ ਪਿਓ ਵਿਦੇਸ਼ ਦੇ ਵਿੱਚ ਹੈ, ਪਿਓ ਇੱਥੇ ਹੈ ਤੇ ਮਾਂ ਵਿਦੇਸ਼ ਦੇ ਵਿੱਚ ਹੈ, ਮਾਂ ਪਿਓ ਇੱਥੇ ਨੇ ਤਾਂ ਧੀ ਪੁੱਤ ਕੋਈ ਨਾ ਕੋਈ ਵਿਦੇਸ਼ ਦੇ ਵਿੱਚ ਹੁੰਦਾ ਹੀ ਹੈ। ਜੇਕਰ ਨੂੰਹ ਇੱਥੇ ਹੈ, ਪੁੱਤ ਹੈਗਾ ਵਿਦੇਸ਼ ਦੇ ਵਿੱਚ, ਹੁਣ ਟਾਈਮ ਦਾ ਤਾਂ ਫਰਕ ਹੈ ਹੀ ਹੈ। ਤੜਕੇ ਉੱਠਦਿਆਂ ਨਾਲ ਹੀ ਜਦੋਂ ਫੋਨ ਆਇਆ ਪੁੱਤਰ ਦਾ, ਮਾਂ ਨੇ ਨੂੰਹ ਦੀਆਂ ਚੁਗਲੀਆਂ ਜਿਹੜੀ ਗੱਲਾਂ ਹੈ ਵੀ ਨਹੀਂ ਸੀ ਆਪਣੇ ਕੋਲੇ ਬਣਾ ਕੇ ਪੁੱਤਰ ਦੇ ਕੰਨ ਭਰ ਦਿੱਤੇ। ਇੱਧਰ ਦਾ ਸਾਰਾ ਟਰਾਂਸਫਰ ਉੱਧਰ ਨੂੰ ਕਰ ਦਿੱਤਾ, ਉਹਨੇ ਇੱਧਰ ਨੂੰ ਕਰ ਦਿੱਤਾ। ਫਿਰ ਮੂੰਹ ਸੁੱਚਾ ਕਿਵੇਂ ਰਹਿ ਗਿਆ? ਸਵੇਰੇ ਉੱਠ ਕੇ ਤਾਂ ਝੂਠ ਬੋਲਿਆ ਜਾ ਰਿਹਾ। ਸਵੇਰੇ ਉੱਠਦੇ ਨਾਲ ਜਿਹੜੀ ਗੱਲਾਂ ਹੈ ਨਹੀਂ ਸੀ ਉਹ ਕਰ ਵੀ ਦਿੱਤੀਆਂ, ਹਜੇ ਕਿਹਾ ਜਾ ਰਿਹਾ ਕਿ ਮੈਂ ਤਾਂ ਸੁੱਚੇ ਮੂੰਹ ਪਾਠ ਕਰਦਾ। ਸੁੱਚੇ ਮੂੰਹ ਦੀ ਪਰਿਭਾਸ਼ਾ ਇਹ ਨਹੀਂ ਹੈਗੀ ਜਿਹੜੀ ਅਸੀਂ ਸਮਾਜ ਦੇ ਵਿੱਚ ਬਣਾ ਕੇ ਬੈਠੇ ਹਾਂ। ਬਾਬਾ ਕਬੀਰ ਸਾਹਿਬ ਕਹਿੰਦੇ, ਜਿਹਬਾ ਝੂਠੀ ਬੋਲਤ ਝੂਠਾ, ਕਰਨ ਨੇਤਰ ਸਭ ਝੂਠੇ। ਕਹਿੰਦੇ ਜ਼ੁਬਾਨ ਝੂਠੀ ਹੈ, ਇਹ ਝੂਠ ਬੋਲਦੀ ਹੈ। ਕਰਨ ਨੇਤਰ ਸਭ ਝੂਠੇ, ਕੰਨ ਵੀ ਝੂਠੇ ਨੇ, ਇਹ ਚੁਗਲੀ ਸੁਣਦੇ ਨੇ। ਕੰਨੀ ਸੂਤ ਕੰਨ ਪੈ ਲਾਇਤ ਬਾਰੀ ਖਾਹੀ,
ਨੇਤਰ ਵੀ ਝੂਠੇ ਨੇ, ਅੱਖਾਂ ਪਰਾਇਆ ਰੂਪ ਤੱਕਦੀਆਂ ਨੇ। ਅੱਖੀ ਸੁਤਕ ਵੇਖਣਾ ਪਰ ਤੇਰੇ ਪਰ ਧਨ ਰੂਪ। ਬਾਬਾ ਕਬੀਰ ਸਿੰਘ ਜੀ ਕਹਿੰਦੇ ਜਿਹਵਾ ਝੂਠੀ ਬੋਲਤ ਝੂਠਾ ਕਰਨ, ਨੇਤਰ ਸਭ ਝੂਠੇ, ਇੰਦਰੀ ਕੀ ਝੂਠ ਉਤਰ ਸਨਾਹੀ ਬ੍ਰਹਮ ਅਗਨ ਕੀ ਲੂਟੇ। ਕਹਿੰਦੇ ਇੰਦਰੀਆਂ ਦੀ ਝੂਠ ਤਾਂ ਉਤਰਦੀ ਨਹੀਂ ਹੈ, ਸਾਡੇ ਇੰਦਰੀਆਂ ਦੀ ਗਿਆਨ ਇਹ ਜਦੋਂ ਗਲਤ ਕੰਮ ਕਰਦੇ ਇਹਨਾਂ ਦੀ ਝੂਠ ਕਦੇ ਉਤਰਦੇ ਨਹੀਂ। ਕਿੱਧਰ ਕਿਹੜੇ ਭੁਲੇਖੇ ਤੁਰਿਆ ਫਿਰਦਾ, ਬ੍ਰਹਮ ਅਗਨ ਕੀ ਲੂਟੇ ਹੰਕਾਰ ਦੇ ਵਿੱਚ ਤੁਰਿਆ ਫਿਰਦਾ। ਇੱਧਰ ਝਾਤੀ ਮਾਰ ਕੇ ਵੇਖ, ਤੂੰ ਕਹਿ ਰਿਹਾ ਕਿ ਜਨਮ ਵੇਲੇ ਅਪਵਿੱਤਰਤਾ ਆ ਜਾਂਦੀ ਹੈ, ਮਰਨ ਵੇਲੇ ਅਪਵਿੱਤਰਤਾ ਘਰ ਦੇ ਵਿੱਚ ਆਉਂਦੀ ਹੈ। ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਜੇ ਜ਼ੁਬਾਨ ਝੂਠ ਬੋਲ ਰਹੀ ਹੈ, ਜਦੋਂ ਇਹ ਅੱਖਾਂ ਪਰਾਇਆ ਰੂਪ ਤੱਕ ਰਹੀਆਂ ਨੇ, ਕੰਨ ਮਾੜਾ ਸੁਣ ਰਹੇ ਨੇ, ਬਾਬਾ ਕਬੀਰ ਸਾਹਿਬ ਜੀ ਕਹਿੰਦੇ ਇਹ ਤਾਂ ਝੂਠ ਹੈ, ਜਿਹੜੀ ਅਪਵਿੱਤਰਤਾ ਮੋਕੀ ਨਹੀਂ ਰਹੀ ਹੈ। ਬ੍ਰਹਮ ਅਗਨ ਕੇ ਲੂਠੇ, ਅਗਨ ਵੀ ਝੂਠੀ ਪਾਣੀ ਝੂਠਾ, ਝੂਠੀ ਬੈਸ ਪਕਾਇਆ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਅਗਨ ਵੀ ਝੂਠੀ ਪਾਣੀ ਝੂਠਾ, ਝੂਠੀ ਬੈਸ ਪਕਾਇਆ। ਅੱਗ ਵੀ ਝੂਠੀ ਹੈ, ਪਾਣੀ ਵੀ ਝੂਠਾ, ਝੂਠੀ ਬੈਸ ਪਕਾਇਆ ਤੇ ਝੂਠੀ ਥਾਂ ਤੇ ਬੈਠ ਕੇ ਪ੍ਰਸ਼ਾਦਾ ਬਣਾਇਆ, ਲੰਗਰ ਪਾਣੀ ਤਿਆਰ ਕੀਤਾ। ਹੁਣ ਇੱਥੇ ਬਾਬਾ ਕਬੀਰ ਸਾਹਿਬ ਜੀ ਨੇ ਪਾਣੀ ਨੂੰ ਅੱਗ ਨੂੰ ਝੂਠਾ ਪਤਾ ਕਿਉਂ ਆਖਿਆ? ਕਿਉਂਕਿ ਜਿਹੜਾ ਅਸੀਂ ਪਿੱਛੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸ਼ਲੋਕ ਵਿਚਾਰ ਕੇ ਆਏ ਹਾਂ, ਅਪਾਖਿਆ ਕਾ ਪੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ, ਦੇਖ ਕੇ ਚੌਂਕਾ ਕੱਢੀ ਕਾਰ, ਉੱਪਰ ਆਏ ਬੈਠੇ ਕੂੜਿਆਰ, ਮਤ ਪਿੱਟੈ ਵੀ ਮਤ ਪਿੱਟੈ, ਇਹ ਅੰਨ ਸਾਡਾ ਫਿੱਟੈ। ਤੂੰ ਮੰਦੇ ਕਰਮ ਕਰਕੇ ਝੂਠ ਬੋਲ ਕੇ ਆ ਕੇ ਲਕੀਰਾਂ ਕੱਢ ਰਿਹਾ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਆ ਕੇ ਬਹਿਣਾ ਤਾਂ ਇੱਥੇ ਝੂਠੇ ਬੰਦੇ ਨੇ, ਤੇ ਜੇਕਰ ਝੂਠਾ ਬੰਦਾ ਚੌਂਕੇ ਤੇ ਆ ਕੇ ਬੈਠ ਗਿਆ ਤਾਂ ਚੌਂਕਾ ਵੀ ਝੂਠਾ ਹੋ ਗਿਆ। ਤੇ ਹੁਣ ਅੱਗ ਦੀ ਵਰਤੋਂ ਜੇਕਰ ਝੂਠਾ ਬੰਦਾ ਕਰੇ, ਅੱਗ ਵੀ ਝੂਠੀ ਕਰ ਦਿੱਤੀ। ਤੇ ਬਾਬਾ ਕਬੀਰ ਸਾਹਿਬ ਜੀ ਨੇ ਆਖਿਆ ਕਹਿੰਦੇ ਅਗਨ ਵੀ ਝੂਠੀ ਪਾਣੀ ਝੂਠਾ, ਕਹਿੰਦੇ ਪਾਣੀ ਵਰਤੋਂ ਵੀ ਉਹਨੇ ਕੀਤੀ, ਪਾਣੀ ਵੀ ਝੂਠਾ ਕਰ ਦਿੱਤਾ। ਝੂਠੀ ਬੈਸ ਪਕਾਇਆ, ਕਹਿੰਦੇ ਝੂਠੀ ਥਾਂ ਤੇ ਬਹਿ ਕੇ ਉਹਨੇ ਪਕਾਇਆ। ਲਕੀਰਾਂ ਕੱਢੀਆਂ ਉੱਥੇ ਕੀ ਕਰਨ ਲੱਗਿਆ? ਅੰਦਰ ਹੀ ਜੇਕਰ ਈਰਖਾ ਭਰੀ ਪਈ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਇੰਦਰੀਆਂ ਦੇ ਅੰਦਰ ਜੇਕਰ ਪਵਿੱਤਰਤਾ ਆ ਗਈ ਹੈ, ਬਾਹਰੋਂ ਪਖੰਡ ਕਰਨ ਦਾ ਕੀ ਫਾਇਦਾ? ਬਾਬਾ ਕਬੀਰ ਸਾਹਿਬ ਜੀ ਕਹਿੰਦੇ ਅਗਨ ਵੀ ਝੂਠੀ पानी जूठा, जूठी बैस पकाया, जूठी करशी परोसन लागा, जूठी बैस खाया। आ गई ना फिर वही गल कि अपाख्या का पुट्ठा बकरा खाना, चौंके ऊपर किसे ना नाम देकर चौंका कड्डी कर ऊपर आए बैठे कर बहना था कि झूठे बंदे ने होते, हंकारी बंदे ने आके बहन जड़ा हंकार चुकी फिरदा। ते बाबा कबीर साहब जी करछी तू वरतनी है, भावें नूं 20 वार धो लै, झूठी हो गई, तू तो आप झूठा बंदा सिरे दा, झूठ मार के लोगों को पैसा कमा रहे हैं। झूठी करशी परोसन लागा, झूठा ही बैस खाया, कहते झूठा ही उत्थे परोस के खा रहा थाली दे विच, झूठा ही बंदा खा रहा। गोबर झूठा, चौंका झूठा, झूठी दीनी कारा। आ गई ना फिर वही गल गुरु नानक साहब महाराज जी वाली, गऊ ब्राह्मण काऊ कर लावो, गोबर तर न जाई, धोती टिक्का तैज माली, धान मलिशा खाई, अंतर पूजा पढ़े कते संजम तुरका भाई, छोड़ी ले पाखंडा नाम लै जाही धंधा। पखंड छड़ दे, गुरु नानक साहब महाराज जी ने आख्या डबल गेम खेल रहे हैं। गोबर झूठा, चौंका झूठा, झूठी दीनी कारा, कहे कबीर तेई नर सूचे, साची परी विचार। कहते गोबर भी झूठा, पातशाह कहते चौंका भी झूठा, झूठी दीनी कारा। कारा कढ़िया उथे लकीरां कढ़िया की करेंगे, वो भी झूठियां ही ने। जे बंदा चौंके ते झूठा आके बैठा है, झूठा सिरे दा बंदा उत्ते आके बैठा है, ते बाबा कबीर साहब जी कहते गोहा भी झूठा है, लकीरां भी झूठियां ने। कहे कबीर तेई नर सूचे, ते बाबा कबीर साहब जी को पूछिए सूचे कौन ने? ते बाबा कबीर साहब जी कहते कहे कबीर तेई नर सूचे, साची बरी विचारा। जिन्हां दे अंदर सच दी विचार आई है, जिन्हां सच दे नाल सांझ पाई है, जिन्हां ने सच खसम दे नाल सांझ पाई, क्योंकि पातशाह जी दे वचन ने सच सबना का खसम है। जिन्हां ने सच खसम दे नाल सांझ पाई है, ते बाबा कबीर साहब जी कहते वो सुच्चे ने। ते जदों असीं गुरु अमरदास पातशाह जी दे बोल पढ़दे तां गुरु अमरदास पातशाह जी ने आख्या मन का सुतक दूजा भाओ, भर में भूले आवो जाओ। इन्हें मन का सूतक दूजा भाव, मन का सूतक पता केड़ा है? दूजा भाव। गुणा नूं छड्ड के अवगुणा दे नाल सांझ पा लाणी, जिस नूं गुरु नानक साहब महाराज जी ने पौड़ी दे विच आख्या है खसम छोड़ दूजा लगे
ਡੁੱਬੇ ਸੇ ਵਣਜਾਰਿਆ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਮਨ ਕਾ ਸੂਤਕ ਦੂਜਾ ਭਾਉ ਭਰਮੇ ਭੂਲੇ ਆਵੂ ਜਾਓ। ਤੇ ਇੱਥੇ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪਾਵਨ ਸ਼ਲੋਕ ਦੇ ਵਿੱਚ ਫਰਮਾਇਆ ਹੈ, ਸਭੋ ਸੂਤਕ ਭਰਮ ਹੈ ਦੂਜੈ ਲੱਗੈ ਜਾਏ, ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਫਰਮਾਇਆ ਸੂਤਕ ਨਿਹਰਾ ਭਰਮ ਹੋਰ ਕੁਝ ਨਹੀਂ ਹੈ। ਇਸ ਭਰਮ ਦੇ ਵਿੱਚ ਪਾ ਕੇ ਸਮਾਜ ਨੂੰ ਲੁੱਟਿਆ ਜਾ ਰਿਹਾ। ਹੁਣ ਕਈ ਕਹਿਣਗੇ, ਹਿੰਦੂਆਂ ਨੇ ਕਈਆਂ ਨੇ ਕਹਿਣਾ ਕਿ ਇੱਥੇ ਨਿੰਦਿਆ ਹੋ ਰਹੀ ਹੈ, ਇੱਥੇ ਆਹ ਕੰਮ ਹੋ ਰਿਹਾ ਹੈ, ਇਹ ਨਿੰਦਿਆ ਕਰਦੇ ਨੇ। ਇਹ ਨਿੰਦਿਆ ਨਹੀਂ, ਜੋ ਆ ਕੇ ਪੁੱਛ ਲਓ ਭਾਵੇਂ ਆਪਣਿਆਂ ਨੂੰ ਕਿ ਇਹ ਕੰਮ ਹੁੰਦੇ ਨੇ ਕਿ ਨਹੀਂ। ਇੰਨੇ ਦਿਨ ਬਾਹਮਣ ਦੇ ਘਰ, ਇੰਨੇ ਦਿਨ ਵੈਸ਼, ਇੰਨੇ ਦਿਨ ਖੱਤਰੀ ਦੇ ਘਰ ਪਵਿੱਤਰਤਾ ਰਹਿੰਦੀ ਹੈ ਕਿ ਨਹੀਂ, ਉਹਨਾਂ ਦੇ ਹਿਸਾਬ ਦੇ ਨਾਲ ਗੁਰਬਾਣੀ ਨਹੀਂ ਮੰਨਦੀ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਸ ਨੂੰ ਨਹੀਂ ਮੰਨੇ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਸਭੋ ਸੂਤਕ ਭਰਮ ਹੈ ਦੂਜਾ ਲੱਗੇ ਜੇ, ਤਾਂ ਭਰਮ ਹੈ ਹੋਰ ਕੁਝ ਨਹੀਂ ਹੈ। ਇਸ ਭਰਮ ਦੇ ਵਿੱਚ ਪਾ ਕੇ ਅੱਜ ਸਮਾਜ ਨੂੰ ਲੁੱਟਿਆ ਜਾ ਰਿਹਾ ਹੈ। ਇਸ ਖਾਰੇ ਸਮੁੰਦਰ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੱਢਿਆ ਪਾਸ਼ਾ, ਕਹਿੰਦੇ ਇਹ ਸੂਤਕ ਰੂਪ ਭਰਮ ਮਾਇਆ ਵਿੱਚ ਫਸਿਆ ਮਨੁੱਖਾਂ ਨੂੰ ਆ ਲੱਗਦਾ ਹੈ। ਲੋਕ ਬੜੇ ਸੌਖੇ ਫਸ ਜਾਂਦੇ ਨੇ ਇਹਦੇ ਵਿੱਚ। ਅੱਜ ਸਮਾਜ ਦੇ ਲੋਕ ਵਿਪਰਵਾਦੀ ਸੋਚ ਤੋਂ ਬਿਨਾਂ ਇੱਕ ਕਦਮ ਪਟ ਕੇ ਵੀ ਖੁਸ਼ ਨਹੀਂ ਹੈ। ਹਰੇਕ ਕੰਮ ਵਿਪਰ ਦੀ ਸੋਚ ਦੇ ਨਾਲ ਕੀਤਾ ਜਾ ਰਿਹਾ। ਬੜਾ ਚਾਲਬਾਜ਼ ਹੈ ਵਿਪਰ। ਇਹੋ ਜਿਹੇ ਘਰਾਂ ਦੇ ਵਿੱਚ ਵੜਿਆ ਨਾ, ਚਾਹੇ ਇਸਨੇ ਆਪਣਾ ਪਹਿਰਾਵਾ ਜ਼ਰੂਰ ਚੇਂਜ ਕੀਤਾ ਪਰ ਸੋਚ ਹੋਈ ਹੈ। ਧੋਤੀ ਬੋਦੀ ਤੋਂ ਕਸ਼ਹਿਰੇ ਪੱਗਾਂ ਆ ਰਹੀਆਂ ਨੇ ਪਰ ਸੋਚ ਹੋਈ ਕੰਮ ਕਰ ਰਹੀ ਹੈ, ਹਜੇ ਤੱਕ ਵਿਪਰ ਵਾਲੀ ਹੈ। ਘਰਾਂ ਦੇ ਵਿੱਚ ਵੜ ਗਈ ਹੈ, ਲੋਕਾਂ ਦੇ ਮਨਾਂ ਦੇ ਵਿੱਚ ਘਰ ਕਰ ਚੁੱਕੀ ਹੈ। ਸਭੋ ਸੂਤਕ ਭਰਮ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਵਿਪਰਵਾਦੀ ਸੋਚ ਦੇ ਖਾਰੇ ਸਮੁੰਦਰ ਦੇ ਵਿੱਚ ਬੜੇ ਸਾਨੂੰ ਕੱਢਿਆ। ਆਸਾ ਕੀ ਵਾਰ ਪਾਵਨ ਬਾਣੀ ਦਾ ਪਾਠ ਕਿੰਨਿਆਂ ਗੁਰਦੁਆਰਿਆਂ ਦੇ ਵਿੱਚ ਹੁੰਦਾ, ਕੁਝ ਨੂੰ ਛੱਡ ਕੇ। ਪਰ ਕਦੀ ਵਿਚਾਰ ਕੀਤੀ ਨਹੀਂ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਪਦੇਸ਼ ਕੀ ਦਿੱਤਾ ਹੈ, ਸਮਝਾਇਆ ਕੀ ਹੈ ਸਾਨੂੰ, ਕਿਸ ਖਾਰੇ ਸਮੁੰਦਰ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਨੂੰ ਕੱਢਿਆ। ਅਸੀਂ ਤਾਂ ਫੇਰ ਉਹਦੇ ਵਿੱਚ ਡੁੱਬਦੇ ਜਾ ਰਹੇ ਹਾਂ ਖਾਰੇ ਸਮੁੰਦਰ ਦੇ ਵਿੱਚ। ਬਾਬਾ ਕਬੀਰ ਸਾਹਿਬ ਜੀ ਨੇ ਆਖਿਆ ਸੀ ਨਾ ਕਿ ਹਾਰ ਦੀਪ ਕੋਈ ਪਰ ਕਾਹੇ ਕੀ ਕੁਛ ਲਾਜ। ਸਾਡੇ ਕੋਲ ਇੰਨਾ ਗਿਆਨ ਹੈ, ਗੁਰਬਾਣੀ ਦਾ ਖਜ਼ਾਨਾ ਸਾਡੇ ਕੋਲ ਹੈ। ਗਿਆਨ ਹੁੰਦਿਆਂ ਹੋਇਆਂ ਵੀ ਅਸੀਂ ਖੂਹ ਦੇ ਵਿੱਚ ਡਿੱਗਦੇ ਜਾ ਰਹੇ ਹਾਂ, ਵਿਪਰਵਾਦੀ ਸੋਚ ਵਾਲੇ ਖੂਹ ਦੇ ਵਿੱਚ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਸਭੋ ਸੂਤਕ ਭਰਮ ਹੈ ਦੂਜੈ ਲੱਗੈ ਜਾਏ, ਜੰਮਣ ਮਰਨਾ ਹੁਕਮ ਹੈ ਭਾਣਾ ਆਵੇ ਜਾਏ। ਜੰਮਣਾ ਤੇ ਮਰਨਾ ਹੁਕਮ ਹੈ। ਮਨੁੱਖ ਜੰਮਦਾ ਹੁਕਮ ਦੇ ਵਿੱਚ, ਮਰਦਾ ਹੁਕਮ ਦੇ ਵਿੱਚ। ਨਿਯਮ ਮਰਿਆਦਾ ਕਹਿ ਲਈਏ ਸੀ, ਉਸ ਦੇ ਹੁਕਮ ਦੇ ਵਿੱਚ ਮਨੁੱਖ ਜੰਮ ਰਿਹਾ, ਉਸ ਦੇ ਹੁਕਮ ਦੇ ਵਿੱਚ ਮਾਰਿਆ। ਇਹਦੇ ਨਾਲ ਕਾਹਦੀ ਪਵਿੱਤਰਤਾ ਘਰ ਦੇ ਵਿੱਚ ਪੈਦਾ ਹੁੰਦੀ ਹੈ। ਪਰ ਵਿਪਰ ਨੇ ਭਰਮ ਪਾਇਆ। ਅੱਜ ਪੜ੍ਹੇ ਲਿਖੇ ਜਿਨ੍ਹਾਂ ਨੇ ਬੜੀ ਸਟੱਡੀ ਕੀਤੀ ਹੋਈ ਹੈ, ਉਹ ਭੈਣਾਂ ਵੀ ਚੁੱਪ ਕਰਕੇ ਇਹ ਕਰਮਕਾਂਡ ਘਰਾਂ ਦੇ ਵਿੱਚ ਕਰਵਾਈ ਜਾ ਰਹੀਆਂ। ਉਹਨਾਂ ਦਾ ਫਰਜ਼ ਬਣਦਾ ਹੈ, ਜੇਕਰ ਸੱਸਾਂ ਇਹਨਾਂ ਕਰਮਕਾਂਡਾਂ ਦੇ ਵਿੱਚ ਪਈਆਂ ਹੋਈਆਂ ਨੇ, ਆਪ ਪੜ੍ਹੀਆਂ ਲਿਖੀਆਂ ਨੇ, ਗੁਰਬਾਣੀ ਪੜ੍ਹਨ। ਕੀ ਤਾਂ ਵਹਿਮ ਭਰਮ ਹੈ, ਪਵਿੱਤਰਤਾ ਥੋੜਾ ਆ ਜਾਂਦੀ ਘਰ ਦੇ ਵਿੱਚ ਜਨਮ ਜਾਂ ਮਰਨ ਦੇ ਨਾਲ। ਨਹੀਂ, ਉਹ ਅੱਖਾਂ ਬੰਦ ਕਰਕੇ ਉਹ ਵੀ ਸਭ ਕੁਝ ਕਰਾਈ ਜਾ, ਧਾਗੇ ਵੀ ਪਵਾਈ ਜਾ ਰਹੀਆਂ ਨੇ। ਬਾਬਿਆਂ ਦੇ ਕੋਲ ਤੁਰੀਆਂ ਫਿਰਦੀਆਂ, ਜੋਤਸ਼ੀਆਂ ਪਾਂਧਿਆਂ ਦੇ ਕੋਲ ਵੀ ਤੁਰੀਆਂ ਫਿਰਦੀਆਂ ਨੇ। ਉਹਨਾਂ ਦਾ ਫਿਰ ਇਹ ਇੰਨੀ ਸਟੱਡੀ ਕੀਤੀ, ਪੜ੍ਹਾਈ ਕੀਤੀ ਕਿਸ ਕੰਮ ਦੀ, ਇਹਨਾਂ ਗਿਆਨ ਕਿਸ ਕੰਮ ਦਾ? ਕਿਉਂ ਗੁਰਬਾਣੀ ਨਹੀਂ ਪੜ੍ਹੀ ਆ। ਹੁਣ ਜਿਨ੍ਹਾਂ ਘਰਾਂ ਦੇ ਵਿੱਚ ਪੋਥੀਆਂ ਰੱਖੀਆਂ ਨੇ ਨਾ, ਸਹਿਜ ਪਰ ਕਰਦੇ ਜੇ ਇੱਕ ਵਾਰੀ ਜਾ ਕੇ ਜ਼ਰੂਰ ਵੇਖਿਆ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿੱਡੀ ਕਮਾਲ ਦੀ ਵਿਚਾਰਨਾ ਸ਼ਲੋਕਾਂ ਦੇ ਵਿੱਚ ਦਿੱਤੀ ਹੈ। ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ। ਜੰਮਣਾ ਤੇ ਮਰਨਾ ਹੁਕਮ ਹੈ, ਨਿਯਮ ਹੈ, ਮਰਿਆਦਾ ਹੈ, ਕਾਨੂੰਨ ਹੈ ਅਕਾਲ ਪੁਰਖ ਜੀ ਦਾ। ਸਭੋ ਸੂਤਕ ਭਰਮ ਹੈ ਦੂਜਾ ਲੱਗੈ ਜਾਏ, ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ। ਖਾਣਾ ਪੀਣਾ ਪਵਿੱਤਰ ਹੈ ਦਿੱਤੋਨ ਰਿਜ਼ਕ ਸੰਭਾਹੇ। ਪਾਤਸ਼ਾਹ ਜੀ ਕਹਿੰਦੇ ਪਦਾਰਥਾਂ ਦਾ ਖਾਣਾ ਪੀਣਾ ਵੀ ਪਵਿੱਤਰ ਹੈ। ਭਾਵ ਮਾੜਾ ਨਹੀਂ ਹੈ, ਕਿਉਂਕਿ ਪ੍ਰਭੂ ਨੇ ਆਪ ਇਕੱਠਾ ਕਰਕੇ ਰਿਜ਼ਕ ਜੀਵਾਂ ਨੂੰ ਦਿੱਤਾ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਦੇ ਬੋਲ ਪੜ੍ਹਦੇ ਨੇ, ਸੈਲ ਪੱਥਰ ਮੈਂ ਜੰਤ ਉਪਾਇ ਤਾਂ ਕਾ ਰਿਜ਼ਕ ਆਗੇ ਕਰ ਧਰਿਆ। ਹੁਕਮ ਦੇ ਵਿੱਚ ਸਭ ਕੁਝ ਸਾਨੂੰ ਪ੍ਰਾਪਤ ਹੋ ਰਿਹਾ। ਪਾਤਸ਼ਾਹ ਜੀ ਕਹਿੰਦੇ ਖਾਣਾ ਪੀਣਾ ਪਵਿੱਤਰ ਹੈ, ਦਿੱਤੋਂ ਰਿਜ਼ਕ ਸੰਭਾਹੇ। ਖਾਣ ਪੀਣ ਦੇ ਨਾਲ ਕੋਈ ਜੰਮਣ ਮਰਨ ਦੇ ਨਾਲ ਘਰ ਦੇ ਵਿੱਚ ਅਪਵਿੱਤਰਤਾ ਨਹੀਂ ਆ ਜਾਂਦੀ। ਨਾਨਕ ਜਿਨੀ ਗੁਰਮੁਖ ਬੁਝਿਆ ਤਿਨਾ ਸੂਤਕ ਨਾਹੀ। ਗੁਰਮੁਖ ਦੇ ਖੱਖੇ ਨੂੰ ਸਿਹਾਰੀ ਹੈ, ਭਾਵ ਜਿਨ੍ਹਾਂ ਨੇ ਗੁਰੂ ਦੇ ਰਾਹ ਇਸ ਗੱਲ ਨੂੰ ਸਮਝ ਲਿਆ
कि सबो सूतक भरम है दूजा लगे जाए जमन मरना हुक्म भाने आवे जाए खाना पीना पवित्र तो रिजक संभाहे मन का सूतक लोभ है जेवा सूतक कूड़ अखी सूतक वेखना पर त्रिपा तन रूप कन्नी सूतक कान पै लायत वारे खाहे नानक हंसा आदमी बद्दे जमपुर जाहे जेकर सूतक मनिए सब तै सूतक होए गोहे अते लकड़ी अंदर कीड़ा होए जेते दाने अन्न की जियां बाज न कोए पहला पानी जीव है जित हरिया सब कोए सूतक क्यों का रखिए सूतक पावै रसोए नानक सूतक एम ना उतरे ज्ञान उतारे तो जिन्ना ने गुरु दे राही इस गल नूं समझिया गुरु नानक साहब महाराज की दिते ना सूतक नाही उन्हां दे जीवन दे विच कदी ये अपवित्रता आउंदी नहीं है पवित्र रहिंदे जिन्हां ने गुरु दे राही इस गल नूं समझिया बुझिया गुरु दे राही तिना सूतक नाही उन्हां दे जीवन दे विच अपवित्रता नेड़ी भी नहीं आंदी तां ही गुरु नानक साहब महाराज जी ने 18 नंबर पौड़ी दे विच आख्या सतगुर वड्डा कर सलाही है जिस विच वड्डियां वड्डियाईयां साडे गुरु दे विच वड्डियाईयां ने साडे गुरु ने विपरवादी सोच दे खारे समुंदर सानू कढिया कि सबो सूतक भरम है दूजा लगे जाए हुण जेड़े गुरबाणी पढ़ के इस खारे समुंदर दे विचों विपरवादी सोच दे विचों निकल जाते हैं वो तो आम मारे कहते हैं फिर बलिहारी बुरे अपनी दिवहाड़ी सदवार जिन मानस के देवती की करत न लागी वार वड्डा करके सुनाते हैं कि साडा गुरु वड्डा है वो फिर कहते हैं बंदना हर बंदना गुण गावो गोपाल राय वड्डे भाग भेटे गुरुदेवा कोट पराध मिठे हर सेवा वो वंदना करते हैं अकाल पुरख दे अगे चरण कमल जाका मन रापै सोग अगन तिस जाना व्यापै सागर तरिया साधु संग निरभव नाम जपो हर रंगे पार धन दो किछ पाप न फेड़े जम जंदार न आवे नेड़े तृष्णा अगन प्रभ आ बुझाई नानक उतरे प्रभ शरणाई गुरु नानक साहब महाराज जी ने आखे सतगुरु वड्डा कर सलाही है जिस विच वड्डियां वड्डियाईयां शाह मेले तनदरी आईयां जात सुभाना ता मन वसाईयां कर हुकम मस्तक हाथ धर विचों मार कढियां बुराइयां शाह तुठै नाउ निद पाईयां शाह तुठै नाउ निद पाईयां गुरु वड्डा है गुरु समर्थ है जिस गुरु ने सानू इस विपरवादी सोच के खारे समुंदर दे विचों कढिया सो सानू लोड़ है आप गुरबाणी पढ़ के इस खारे समुंदर दे विचों कर्म कांडां दे समुंदर दे विचों निकलीए जिथे असीं आप निकलना दूजियां नूं भी सुचेत करिए गुरबाणी पढ़िए विचारिए ते अपने जीवन दे विच कमाईए सो पौड़ी दे विच ते इन्हां श्लोकां दे विच गुरु नानक साहब महाराज जी ने यही समझाया है कि यह पवित्रता कोई जन्म मरण दे नाल नहीं आ जाती यह पवित्रता इन्हां अखां दे विच आउंदी है उदों जदों ये अखां माड़ा वेखदियां ने जे चंगा वेखदियां ते कोई पवित्रता नहीं कन्नां दे विच आउंदी जदों माड़ा सुनदे ने पर जो चंगा सुनदे ने कोई पवित्रता नहीं जदों जुबान ठीक सच बोलदी कोई पवित्रता नहीं जदों झूठ बोलदी जुबान ते पवित्रता आउंदी है ते गुरु नानक साहब महाराज जी कहते जम्मन मरण वेले कोई पवित्रता नहीं आउंदी क्योंकि पहला श्लोक इस विचार के जेकर सुतक मनिए सब तैं सुतक होए गोहे अते लकड़ी अंदर कीड़ा होए जेते दाने अन्न की जियां बाद न कोई पहला पानी जियो है जित हरिया सब कोई सूतक क्यों कर रखिए सूतक पवै रसोए इस श्लोक में से विचार के आए हैं सो तीजे श्लोक दे विच गुरु नानक साहब महाराज ने फरमा दिता सबो सूतक भरम है ये तां भरम है लोग इस भरम दे विच लाके खुआर होए ने ते फसदे जा रहे ने कोई विरला है जिहड़ा गुरु दे राह इस खारे समुंदर दे विचों निकलदा कहे कबीर ते ना सोचे साची परी विचारा नानक जिन्हें गुरमुख बुझिया तिना सूतक नाही जिन्हां ने गुरु दे राह इस गल नूं समझ लिया बुझिया उन्हां दे जीवन दे विच कदी पवित्रता आउंदी नहीं वो वहमां भरमां कर्म कांडां दे विच बिल्कुल भी नहीं फसदे वो गुरु दे राह इस गल नूं बुझ लैंदे ने सो ये उपदेश धन श्री गुरु नानक साहब महाराज जी ने इन्हां श्लोकां ते पौड़ी दे राह सानूं देना कीता है।